ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਦੀ ਚੈਨਲ ਐਂਡ ਅੱਜ ਆਪਾਂ ਕਰਨ ਜਾ ਰਹੇ ਹਾਂ ਚੈਪਟਰ 9 ਫੋਰਸ ਐਂਡ ਲਾਅ ਆਫ ਮੋਸ਼ਨ। ਹੁਣ ਆਪਾਂ ਲਾਸਟ ਚੈਪਟਰ ਮੋਸ਼ਨ ਦੇ ਵਿੱਚ ਡਿਸਕਸ ਕੀਤਾ ਹੈ ਕਿ ਮੋਸ਼ਨ ਹੁੰਦਾ ਕੀ ਹੈ ਐਂਡ ਉਹ ਸਟ੍ਰੇਟ ਲਾਈਨ ਦੇ ਅਕੋਰਡਿੰਗ ਮੋਸ਼ਨ ਕਿਵੇਂ ਹੁੰਦਾ ਹੈ, ਸਰਕੂਲਰ ਮੋਸ਼ਨ ਕਿਵੇਂ ਹੁੰਦਾ ਹੈ। ਉਹਦੇ 'ਚ ਆਪਾਂ ਕੁਝ ਟਰਮਸ ਦੇਖੀਆਂ ਸੀ ਲਾਈਕ ਪੋਜੀਸ਼ਨ, ਵੈਲੋਸਿਟੀ, ਐਕਸਲਰੇਸ਼ਨ, ਹੈ ਨਾ। ਸੋ ਅੱਜ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਨਾ ਦੋ ਸਾਇੰਟਿਸਟ ਹੋਏ ਨੇ, ਗੈਲੀਲੀਓ ਗੈਲੀਲੀ ਐਂਡ ਆਈਜ਼ੈਕ ਨਿਊਟਨ। ਇਹਨਾਂ ਦੋਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਆਪਣੇ ਮੋਸ਼ਨ ਨੂੰ ਲੈ ਕੇ। ਤੇ ਇਹਨਾਂ ਦੇ ਅਕੋਰਡਿੰਗ ਕਿ ਅਗਰ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਦੇਖੀਏ ਤਾਂ ਆਪਾਂ ਨੂੰ ਕੁਝ ਸਮ ਸੌਰਟ ਆਫ ਐਫਰਟ ਚਾਹੀਦਾ ਹੁੰਦਾ ਕਿ ਆਪਾਂ ਕਿਸੇ ਸਟੇਸ਼ਨਰੀ ਆਬਜੈਕਟ ਨੂੰ ਮੂਵਿੰਗ ਕਰੀਏ ਜਾਂ ਮੂਵਿੰਗ ਆਬਜੈਕਟ ਨੂੰ ਆਪਾਂ ਸਟਾਪ ਕਰੀਏ। ਐਂਡ ਇਹ ਕਿਸੇ ਆਬਜੈਕਟ ਨੂੰ ਮੋਸ਼ਨ 'ਚ ਲੈ ਕੇ ਆਉਣਾ ਜਾਂ ਮੋਸ਼ਨ ਵਾਲੇ ਆਬਜੈਕਟ ਨੂੰ ਤੁਸੀਂ ਸਟਾਪ ਕਰਨਾ, ਇਹ ਡਿਪੈਂਡ ਕਰਦਾ ਤੁਹਾਡਾ ਔਨ ਫੋਰਸ। ਠੀਕ ਹੈ। ਐਂਡ ਆਪਣੇ ਕੋਲ ਜਿਹੜੀਆਂ ਫੋਰਸਿਸ ਨੇ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਬੈਲੈਂਸਡ ਫੋਰਸਿਸ ਐਂਡ ਅਨਬੈਲੈਂਸਡ ਫੋਰਸਿਸ। ਹੁਣ ਇਹਨਾਂ ਦਾ ਕੰਸੈਪਟ ਕੀ ਹੈ? ਆਪਣੇ ਕੋਲ ਐਗਜ਼ਾਮਪਲ ਹੈ, ਟੇਬਲ ਦੇ ਉੱਤੇ ਇੱਕ ਬਾਕਸ ਪਿਆ ਐਂਡ ਉਹਨੂੰ ਟੂ ਸਟ੍ਰਿੰਗਸ ਦੇ ਨਾਲ ਆਪਾਂ ਟਾਈ ਕੀਤਾ ਹੋਇਆ ਐਕਸ ਐਂਡ ਵਾਈ। ਠੀਕ ਹੈ। ਹੁਣ ਮੰਨ ਲਓ ਕਿ ਐਕਸ ਵਾਲੀ ਸਟ੍ਰਿੰਗ ਹੈ, ਇਹ ਫੋਰਸ ਲਗਾ ਰਹੀ ਹੈ ਇਸ ਡਾਇਰੈਕਸ਼ਨ 'ਚ ਆਬਜੈਕਟ ਤੇ, ਐਂਡ ਵਾਈ ਵਾਲੀ ਸਟ੍ਰਿੰਗ ਹੈ ਉਹ ਫੋਰਸ ਲਗਾ ਰਹੀ ਹੈ ਇਸ ਵਾਲੀ ਡਾਇਰੈਕਸ਼ਨ ਤੇ। ਇਕੁਅਲ ਫੋਰਸ ਲਗਾ ਰਹੇ ਨੇ ਤਾਂ ਆਪਾਂ ਨੂੰ ਕੀ ਲੱਗਦਾ ਕਿ ਇਹ ਆਬਜੈਕਟ ਹੈ ਜਿਹੜਾ ਮੂਵ ਕਰੇਗਾ? ਜੀ ਨਹੀਂ, ਇਹ ਆਬਜੈਕਟ ਹੈ ਜਿਹੜਾ ਇਹ ਮੂਵ ਨਹੀਂ ਕਰੇਗਾ, ਬਿਕੋਜ਼ ਜੋ ਫੋਰਸਿਸ ਨੇ ਦੋਵੇਂ ਸਾਈਡ ਐਕਸ ਐਂਡ ਵਾਈ ਦੀਆਂ ਉਹ ਇਕੁਅਲ ਇਨ ਮੈਗਨੀਟਿਊਡ ਨੇ। ਠੀਕ ਹੈ। ਤਾਂ ਇਹ ਫੋਰਸਿਸ ਨੂੰ ਆਪਾਂ ਕਹਿੰਦੇ ਹਾਂ ਬੈਲੈਂਸਡ ਫੋਰਸਿਸ। ਹੁਣ ਬਾਏ ਚਾਂਸ ਐਕਸ ਥੋੜੀ ਜਿਹੀ ਜ਼ਿਆਦਾ ਫੋਰਸ ਲਗਾ ਦੇ ਤਾਂ ਆਬਜੈਕਟ ਇਸ ਸਾਈਡ ਨੂੰ ਮੂਵ ਕਰਨ ਲੱਗ ਜਾਏਗਾ, ਐਕਸ ਵਾਲੀ ਸਾਈਡ ਨੂੰ। ਤਾਂ ਮਤਲਬ ਫੋਰਸਿਸ ਕੀ ਹੋ ਗਈਆਂ? ਅਨਬੈਲੈਂਸਡ ਫੋਰਸਿਸ ਹੋ ਗਈਆਂ। ਹੁਣ ਦੇਖੋ ਜੀ, ਫੋਰਸਿਸ ਅਨਬੈਲੈਂਸਡ ਸੀਗੀਆਂ ਤਾਂ ਹੀ ਜਿਹੜਾ ਆਪਣਾ ਆਬਜੈਕਟ ਹੈ ਉਹਨੇ ਮੂਵ ਕਰਨਾ ਸਟਾਰਟ ਕੀਤਾ। ਸੋ ਮੀਨਸ ਕਿ ਕਿਸੇ ਵੀ ਆਬਜੈਕਟ ਨੂੰ ਮੋਸ਼ਨ 'ਚ ਲੈ ਕੇ ਆਉਣ ਦੇ ਲਈ ਉਹਦੇ ਤੇ ਇੱਕ ਫੋਰਸ ਲਗਾਉਣੀ ਜ਼ਰੂਰੀ ਹੈ, ਦੈਟ ਇਜ਼ ਦੀ ਅਨਬੈਲੈਂਸਡ ਫੋਰਸ। ਅਨਬੈਲੈਂਸਡ ਫੋਰਸ ਹੈ ਜਿਹੜੀ ਉਹ ਲੱਗਣੀ ਚਾਹੀਦੀ ਹੈ। ਠੀਕ ਹੈ ਜੀ। ਨੈਕਸਟ ਕੰਸੈਪਟ ਇਹਦੇ 'ਚ ਆਪਣੇ ਕੋਲ ਡਾਇਰੈਕਟਲੀ ਜੋ ਆਪਾਂ ਕਰਾਂਗੇ ਵਿਦਆਊਟ ਵੇਸਟਿੰਗ ਟਾਈਮ, ਉਹ ਹੈ ਜੀ ਫਸਟ ਲਾਅ ਆਫ ਮੋਸ਼ਨ। ਫਸਟ ਲਾਅ ਆਫ ਮੋਸ਼ਨ ਜਿਹੜਾ ਉਹ ਆਪਾਂ ਨੂੰ ਕੀ ਕਹਿੰਦਾ? ਫਸਟ ਲਾਅ ਆਫ ਮੋਸ਼ਨ ਸੀਗਾ ਜਿਹੜਾ ਲਾਜ਼ ਆਫ ਮੋਸ਼ਨ ਨੇ ਇਹ ਆਪਾਂ ਨੂੰ ਦਿੱਤੇ ਨੇ ਆਈਜ਼ੈਕ ਨਿਊਟਨ ਨੇ। ਐਂਡ ਉਹਨਾਂ ਨੇ ਆਪਾਂ ਨੂੰ 3 ਲਾਜ਼ ਦਿੱਤੇ ਸੀਗੇ ਜਿਨ੍ਹਾਂ ਨੂੰ ਆਪਾਂ ਨਿਊਟਨਸ ਲਾਅ ਆਫ ਮੋਸ਼ਨ ਵੀ ਕਹਿੰਦੇ ਹਾਂ। ਫਸਟ ਲਾਅ ਹੈ ਜਿਹੜਾ ਉਹ ਕਹਿੰਦਾ ਆਪਾਂ ਨੂੰ ਕਿ ਐਨ ਆਬਜੈਕਟ ਰਿਮੇਨਸ ਇਨ ਅ ਸਟੇਟ ਆਫ ਰੈਸਟ or of uniform motion in a straight line unless compelled to change that state by an applied force। कि कोई भी ऑब्जेक्ट अपनी state of rest ਵਿੱਚ ਹੀ ਰਹੇਗਾ, rest 'ਚ ਹੀ ਰਹੇਗਾ ਜਿੰਨਾ ਚਿਰ ਤੁਸੀਂ ਉਹਦੇ ਤੇ ਕੋਈ ਫੋਰਸ ਲਗਾ ਕੇ ਉਹਨੂੰ ਮੋਸ਼ਨ 'ਚ ਨਹੀਂ ਲੈ ਕੇ ਆਉਂਦੇ, ਔਰ ਕੋਈ ਆਬਜੈਕਟ ਉਨਾ ਚਿਰ ਯੂਨੀਫਾਰਮਲੀ ਮੂਵ ਹੀ ਕਰਦਾ ਰਹੇਗਾ ਜਿੰਨਾ ਚਿਰ ਤੁਸੀਂ ਉਹਦੇ ਤੇ ਫੋਰਸ ਲਗਾ ਕੇ ਉਹਨੂੰ ਰੋਕਣ ਤੇ ਮਜਬੂਰ ਨਹੀਂ ਕਰ ਦਿੰਦੇ। ਇਹ ਕਹਿੰਦਾ ਆਪਣਾ ਫਸਟ ਲਾਅ ਆਫ ਮੋਸ਼ਨ। ਇਸੇ ਕਰਕੇ ਆਪਾਂ ਇਸ ਨੂੰ ਕਹਿੰਦੇ ਹਾਂ ਸਟੇਟ ਆਫ ਮੋਸ਼ਨ ਜੋ ਹੈ ਉਹ ਇਹਦੇ ਵਿੱਚ ਆਪਣੀ ਮੇਨਲੀ ਡਿਸਕ੍ਰਾਈਬ ਹੁੰਦੀ ਹੈ। ਕਿਵੇਂ? ਹੁਣ ਆਪਾਂ ਦੇਖਦੇ ਹਾਂ। ਹੁਣ ਆਪਣੇ ਕੋਲ ਨਾ ਇਸ ਲਾਅ ਨੂੰ ਆਪਾਂ ਲਾਅ ਆਫ ਇਨਰਸ਼ੀਆ ਵੀ ਕਹਿੰਦੇ ਹਾਂ। ਟਰਮ ਨਿਕਲ ਕੇ ਆਉਂਦੀ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਇਨਰਸ਼ੀਆ। ਹੁਣ ਇਨਰਸ਼ੀਆ ਕੀ ਹੁੰਦੀ ਹੈ? ਹੁਣ ਦੇਖੋ, the tendency of undisturbed object। undisturbed object ਕੀ ਹੋ ਗਿਆ? ਕੋਈ ਆਬਜੈਕਟ ਰੈਸਟ ਤੇ ਪਿਆ, ਟੇਬਲ ਦੇ ਉੱਤੇ ਆਪਣੀ ਕੋਈ ਬੁੱਕ ਪਈ ਹੈ, ਠੀਕ ਹੈ, ਔਰ ਕੋਈ ਆਪਣਾ ਜਿਹੜਾ ਆਬਜੈਕਟ ਹੈ ਉਹ ਮੂਵ ਕਰ ਰਿਹਾ, ਠੀਕ ਹੈ, ਹੈਗੇ ਅਨਡਿਸਟਰਬਡ ਹੀ ਨੇ ਉਹ, ਵਿਦ ਦ ਸੇਮ ਵੈਲੋਸਿਟੀ ਇਜ਼ ਕਾਲਡ ਇਨਰਸ਼ੀਆ। ਕਿਸੇ ਵੀ ਆਬਜੈਕਟ ਦੀ ਆਪਣੀ ਅਨਡਿਸਟਰਬਡ ਸਟੇਟ ਦੇ ਵਿੱਚ ਹੀ ਰਹਿਣ ਦੀ ਟੈਂਡੈਂਸੀ ਨੂੰ ਇਨਰਸ਼ੀਆ ਕਿਹਾ ਜਾਂਦਾ ਹੈ। ਠੀਕ ਹੈ। ਕਿ ਆਬਜੈਕਟ ਕਿੰਨਾ ਚਿਰ ਆਪਣੇ ਆਪ ਨੂੰ ਉਸੇ ਸਟੇਟ 'ਚ ਰੱਖਦਾ ਹੈ ਜਿਸ 'ਚ ਉਹ ਓਰੀਜਨਲੀ ਹੈਗਾ ਫੋਰਸ ਲੱਗਣ ਤੋਂ ਪਹਿਲਾਂ, ਉਸ ਨੂੰ ਕਿਹਾ ਜਾਂਦਾ ਹੈ ਇਨਰਸ਼ੀਆ। ਇਸੇ ਕਰਕੇ ਇਸ ਲਾਅ ਨੂੰ ਕਿਹਾ ਜਾਂਦਾ ਹੈ ਲਾਅ ਆਫ ਇਨਰਸ਼ੀਆ। ਐਗਜ਼ਾਮਪਲਸ ਦੇਖਦੇ ਆਪਾਂ ਕਿ ਇਨਰਸ਼ੀਆ ਦੀ ਐਗਜ਼ਾਮਪਲਸ ਆਪਣੇ ਕੋਲ ਕੀ ਨੇ। ਫੋਰ ਐਗਜ਼ਾਮਪਲ ਤੁਸੀਂ ਕਾਰ 'ਚ ਜਾ ਰਹੇ ਹੋ, ਠੀਕ ਹੈ, ਤੁਹਾਡੀ ਬੋਡੀ ਦਾ ਜਿਹੜਾ ਲੋਅਰ ਪੋਰਸ਼ਨ ਹੈ ਉਹ ਵੀ ਮੋਸ਼ਨ 'ਚ ਹੈ ਵਿਦ ਰਿਸਪੈਕਟ ਟੂ ਕਾਰ। ਕਾਰ ਦੇ ਨਾਲ ਹੀ ਉਹ ਮੋਸ਼ਨ 'ਚ ਹੈ, ਠੀਕ ਹੈ। ਜਦੋਂ ਬ੍ਰੇਕ ਲੱਗ ਰਹੀ ਹੈ, ਬਾਕੀ ਤੁਹਾਡੀ ਬੋਡੀ ਅਸਲ 'ਚ ਤਾਂ ਤੁਸੀਂ ਰੈਸਟ 'ਚ ਬੈਠੇ ਹੋ ਨਾ, ਠੀਕ ਹੈ, ਯੂ ਆਰ ਨਾਟ ਮੂਵਿੰਗ। ਕਾਰ ਮੂਵ ਕਰ ਰਹੀ ਹੈ ਤਾਂ ਜਿਹੜੀ ਤੁਹਾਡੀ ਬੋਡੀ ਹੈ ਉਹ ਰੈਸਟ 'ਚ ਹੈ, ਠੀਕ ਹੈ। ਤਾਂ ਜਦੋਂ ਵੀ ਐਪਲੀਕੇਸ਼ਨ ਆਫ ਬ੍ਰੇਕਸ ਹੋਏਗੀ, ਬ੍ਰੇਕਸ ਲੱਗਣਗੀਆਂ, ਕਾਰ ਸਲੋ ਡਾਊਨ ਹੋ ਜਾਏਗੀ, ਬਟ ਜਿਹੜੀ ਆਪਣੀ ਬੋਡੀ ਹੈ ਉਹ ਵੀ ਆਪਣੇ ਆਪ ਨੂੰ ਕੰਟੀਨਿਊ ਕਰੂਗੀ ਇਨ ਦ ਸੇਮ ਸਟੇਟ ਆਫ ਮੋਸ਼ਨ। ਦਿਸ ਇਜ਼ ਕਾਲਡ ਇਨਰਸ਼ੀਆ।
बिकॉज तुहाडी लोअर बॉडी किस च है, मोशन च है, अपर बॉडी रेस्ट च है। ठीक है, अगर सडनली ब्रेक्स लग जांदियां ने तां अपनी अपर बॉडी है जिहड़ी ओह अगे नूं मूव करेगी। रीजन बिहाइंड ਉਹ ਸੀਗੀ इन द स्टेट ऑफ रेस्ट एंड सडन ब्रेक्स ने एक ਉਹਦੇ ਤੇ फोर्स एग्जर्ट करती ਜਿਹਨੇ ਉਹਨੂੰ मोशन ਚ आउण ਲਈ मजबूर करता। ठीक है जी, नैक्सट एग्जाम्पल अपने कोल या हुण ਇਹਦੇ ਚ ਆਪਾਂ देख रहे हैं दिस बिकॉज द सडन स्टार्ट ऑफ मान लो तुसीं बस चों, ठीक है, बस दे विच सडनली तुसीं खड़े हो एंड बस है जिहड़ी सडनली मूव करन लग जांदी है तो तुसीं बैकवर्ड जांदे हो। ठीक है, पीछे वाली साइड में जाने हो। रीजन बिहाइंड बिकॉज दिस इज बिकॉज द सडन स्टार्ट ऑफ बस ब्रिंग्स मोशन टू द बस। बस अपनी मोशन च आ गई एज वेल एज अपनी जो फीट ने वो कॉन्टैक्ट च ने। ठीक है, बट अपनी जिहड़ी बाकी बॉडी है वो रेस्ट च है एंड वो अपोज करदी है मोशन नूं कि मैं तां रेस्ट च ही रहना है एंड दिस इज बिकॉज ऑफ इट्स एनर्शिया टू रिमेन इन इट्स ओरिजिनल पोजीशन। ठीक है जी, ये होगी अपनी इनर्शिया दी एग्जांपल्स। उस तो बाद नैक्सट जो अपने कोल टर्म है वो है इनर्शिया एंड मास। इनर्शिया एंड मास का अपने कोल की रिलेशन है, जिन्नियां भी हुण तक आपां ने एग्जांपल्स देखियां ने, ठीक है, एग्जांपल्स एक्टिविटीज देखियां ने, ਉਹਦੇ ਵਿੱਚ ਕੀ ਹੈ कि देयर इज ए रेजिस्टेंस ऑफर्ड बाय एन ऑब्जेक्ट टू चेंज इट्स स्टेट ऑफ मोशन एंड दिस इज कॉल्ड इट्स एनर्शिया। ठीक है, हुण कि मैं अपनी पोजीशन नहीं चेंज करनी, मैं अपनी अनडिस्टर्ब स्टेट ही रहना है, उसनूं आपां की क्या एनर्शिया। हुण की सारियां बॉडीज दे विच सेम एनर्शिया हुंदा है, इट डिपेंड्स ऑन इट्स मास। फॉर एग्जांपल एम्प्टी बॉक्स नूं पुश करन दे विच जिहड़ा तुहाडी फोर्स है वो घट लगेगी रैदर दैन अ बॉक्स फुल ऑफ बुक्स। ठीक है जी, आपां एक फुटबॉल नूं किक करदे हां वो बहुत दूर तक फ्लाई करदी है, बट आपां एक स्टोन नूं ऑफ सेम साइज नूं किक करदे हां तां ओह हार्डली थोड़ा जिहा मूव करेगा और वी मे गेट आवर फुट इंजर्ड। ठीक है जी, सो नैक्सट अपने को जो टर्म आती है वो है सेकंड लॉ ऑफ मोशन। सेकंड लॉ ऑफ मोशन अपन की कहंदा है। ਹੁਣ ਫਸਟ ਲਾ ਆਫ ਮੋਸ਼ਨ ਨੇ ਕਿਹਾ ਸੀਗਾ ਕਿ ਜਦੋਂ ਤੱਕ ਆਪਣੇ ਕਿਸੇ ਵੀ ਅਨਡਿਸਟਰਬਡ ਆਬਜੈਕਟ ਦੇ ਉੱਤੇ ਕੋਈ ਅਨਬੈਲੈਂਸਡ ਐਕਸਟਰਨਲ ਫੋਰਸ ਅਪਲਾਈ ਨਹੀਂ ਹੁੰਦੀ ਉਹ ਮੋਸ਼ਨ ਦੇ ਵਿੱਚ ਨਹੀਂ ਆਏਗਾ। ਠੀਕ ਹੈ, ਹੁਣ ਆਪਾਂ ਦੇਖ ਲਿਆ ਕਿ ਉਹ ਮੋਸ਼ਨ ਦੇ ਵਿੱਚ ਆਉਣ ਦੇ ਲਈ ਕੀ ਚਾਹੀਦੀ ਹੈ ਆਪਾਂ ਨੂੰ ਫੋਰਸ। ਹੁਣ ਇਸ ਲਾਅ ਦੇ ਵਿੱਚ ਆਪਾਂ ਉਸ ਫੋਰਸ ਨੂੰ फाइंड करेंगे कि कितनी फोर्स लगती है वो इन्हों किस किस चीज़ से डिपेंड करती है। हम सब तो पहला अपने को कुछ एग्जांपल्स ने, ठीक है, ध्यान नाल सुनियो। सब तो पहला कि टेबल टेनिस की गेम चल रही है, अगर बॉल प्लेयर नूं हिट भी करती है तो ओनू हर्ट नहीं करती। ऑन द अदर हैंड क्रिकेट बॉल है जिहड़ी, ठीक है, वो एक स्पैक्टेटर नूं हिट कर सकती है एंड हिट करके उन्हें इंजर्ड भी कर सकती है। इस तरह जे ट्रक रेस्ट ते खड़ा है तो वह कोई इशू नहीं है, बट जे वो मूविंग ट्रक भावें छोटी स्पीड ते ही होवे, सॉरी घट स्पीड ते ही होवे, लाइक 5 मीटर पर सेकंड, तां भी वो एक खड़े इंसान नूं किल कर सकता है। ठीक है जी, हुण इहदा रीजन की है? हुण इहदा रीजन है कि these observations suggest that impact produced by objects depend on their mass and velocity। हुण देखो ਜਿਹੜੀ ਟੈਨਿਸ ਬਾਲ है, टेबल टेनिस बॉल वो छोटी ਹੁੰਦੀ है। ठीक है, टेबल टेनिस बॉल इस करके वो इन्नी ज़्यादा स्पीड नाल भी आपां मारदे नहीं हुंदे, इस करके ਉਹਦਾ जो इंपैक्ट होएगा घट होएगा। बट ਜਿਹੜੀ क्रिकेट बॉल है एक तो ਉਹਨੂੰ बहुत फोर्स नाल मारिया जाता है, प्लस ਉਹਦਾ मास भी टेबल टेनिस की बॉल नालों ज़्यादा ਹੁੰਦਾ है। ठीक है, इस करके आपां देख रहे हैं कि किसी भी ऑब्जेक्ट का जिहड़ा इंपैक्ट है वो डिपेंड करता है कि ਉਹਦਾ कितना ज़्यादा मास है एंड कितनी ज़्यादा ਉਹਦੀ वेलोसिटी है। एंड हुण अगे इस चीज़ के उत्ते टिकिया अपना सेकंड लॉ ऑफ मोशन। हुण ये मास एंड वेलोसिटी दे विचों अपने कोल एक नवीं टर्म निकल के आती है जिसनूं आपां कहंदे आ मोमेंटम, एंड इस मोमेंटम टर्म नूं भी इंट्रोड्यूस किया सी न्यूटन ने। ठीक है, मोमेंटम कहता है कि मोमेंटम ऑफ एन ऑब्जेक्ट इज डिफाइंड एज प्रोडक्ट ऑफ मास एंड वेलोसिटी। इस तो आपां नूं इंपैक्ट का पता लगेगा। ठीक है, हुण मोमेंटम की है? मोमेंटम है जिहड़ा ਉਹਦੀ डायरैक्शन भी होंगी है कि किस डायरैक्शन च लग रहा है ना। क्रिकेट बॉल नूं आपां याद करके चलते हैं एंड ਉਹਦਾ एक मैगनीट्यूड भी होंदा, एक वैल्यू भी होंदी है बिल्कुल, एंड वो जिहड़ा डायरैक्शन है वो सेम रहेगी इन द फॉर्म ऑफ वेलोसिटी। जिहड़ी वेलोसिटी वाली डायरैक्शन होएगी वही मोमेंटम की डायरैक्शन होएगी। हुण इहदी यूनिट की अज की मास की होंदी है किलोग्राम, वेलोसिटी की होंदी है
मीटर पर सेकेंड। ठीक है जी। और since application of an unbalanced force brings change in the velocity of object, it is therefore clear that a force also produces a change of momentum। Exactly। मान लो ट्रक वाली एग्जांपल ਆਪਾਂ ਲੈ ਰਹੇ ਹਾਂ। ਟਰੱਕ ਜਦੋਂ ਸਟੇਟ ਆਫ ਰੈਸਟ ਤੇ ਸੀਗਾ, ਉਦੋਂ ਦਾ ਮੋਮੈਂਟਮ ਕੀ ਹੋਊਗਾ? ਮੋਮੈਂਟਮ ਆਪਾਂ ਲੈਂਦੇ ਆ ਮਾਸ ਇਨਟੂ ਵੈਲੋਸਿਟੀ। ਮਾਸ ਭਾਵੇਂ ਉਹਦਾ 500 ਲਗਾ ਲਓ, ਠੀਕ ਹੈ, ਬਟ ਉਹਦੀ ਵੈਲੋਸਿਟੀ ਸਟੇਟ ਆਫ ਰੈਸਟ ਤੇ ਕਿੰਨੀ ਹੈ? ਜ਼ੀਰੋ ਹੈ। ਸੋ ਦਾ ਮੋਮੈਂਟਮ ਵੀ ਕੀ ਹੋ ਜਾਏਗਾ? ਜ਼ੀਰੋ ਹੋ ਜਾਏਗਾ। ਬਟ ਜਦੋਂ ਉਹ ਉਹਦੇ ਤੇ ਆਪਾਂ ਕੋਈ ਫੋਰਸ ਲਗਾਈ, ਮੰਨ ਲਓ ਉਹਦਾ ਇੰਜਨ ਇਨ ਫੋਰਸ ਆਇਆ, ਉਹ ਮੂਵ ਕਰ ਰਿਹਾ, ਤਾਂ ਉਦੋਂ ਉਹਦੀ ਕੁਛ ਨਾ ਕੁਛ ਵੈਲੋਸਿਟੀ ਆ ਗਈ। ਮੀਨਸ ਕੀ ਹੋ ਗਿਆ? ਚੇਂਜ ਇਨ ਮੋਮੈਂਟਮ ਹੋ ਗਿਆ। ਠੀਕ ਹੈ। ਸੋ ਮੀਨਸ ਕਿਸੇ ਵੀ ਚੀਜ਼ ਦਾ, ਆਬਜੈਕਟ ਦਾ ਮੋਮੈਂਟਮ ਚੇਂਜ ਕਰਨ ਦੇ ਲਈ ਆਪਾਂ ਨੂੰ ਕੀ ਚਾਹੀਦੀ ਹੈ? ਆਪਾਂ ਨੂੰ ਚਾਹੀਦੀ ਹੈ ਇੱਕ ਫੋਰਸ। ਠੀਕ ਹੈ ਜੀ। ਹੁਣ ਆਪਾਂ ਉਦੋਂ ਦੇ ਕਦੇ ਮੋਮੈਂਟਮ ਪੜ੍ਹ ਰਹੇ ਹਾਂ, ਕਦੇ ਐਗਜ਼ਾਮਪਲਸ ਪੜ੍ਹ ਰਹੇ ਹਾਂ, ਬਟ ਸੈਕੰਡ ਲਾਅ ਆਫ ਮੋਸ਼ਨ ਆਪਾਂ ਨੂੰ ਕਹਿ ਕੀ ਰਿਹਾ, ਆਪਾਂ ਉਹ ਨਹੀਂ ਦੇਖ ਰਹੇ। ਉਹ ਨਿਕਲ ਕੇ ਆਊਗਾ। ਹੁਣ ਆਪਾਂ ਮੋਮੈਂਟਮ ਪੜ੍ਹ ਲਿਆ, ਠੀਕ ਹੈ, ਐਗਜ਼ਾਮਪਲਸ ਦੇਖੀਏ। ਐਗਜ਼ਾਮਪਲਸ ਦੇ ਵਿੱਚੋਂ ਆਪਾਂ ਇੱਕ ਟਰਮ ਕੱਢੀ ਮੋਮੈਂਟਮ। ਹੁਣ ਮੋਮੈਂਟਮ ਦਾ ਸੈਕੰਡ ਲਾਅ ਨਾਲ ਕੀ ਰਿਲੇਸ਼ਨ ਹੈ ਉਹ ਦੇਖਦੇ ਹਾਂ। ਮੰਨ ਲਓ ਕਿ ਕਾਰ ਦੀ ਬੈਟਰੀ ਡੈਡ ਹੋ ਗਈ ਹੈ, ਸਟ੍ਰੇਟ ਰੋਡ ਤੇ ਖੜੀ ਹੈ, ਠੀਕ ਹੈ, ਤੁਸੀਂ ਉਹਨੂੰ ਪੁਸ਼ ਕਰ ਰਹੇ ਹੋ, ਆਪਾਂ ਧੱਕਾ ਲਗਾ ਰਹੇ ਹੋ, ਠੀਕ ਹੈ। ਤਾਂ ਨੈਕਸਟ ਕੀ ਹੁੰਦਾ? ਹੁਣ ਜੇ ਕੁਛ ਲੋਕ, ਦੋ ਲੋਕ ਨੇ ਮੰਨ ਲਓ, ਠੀਕ ਹੈ, ਉਹਨੂੰ ਇੱਕ ਸਡਨ ਪੁਸ਼ ਦੇ ਕੇ ਛੱਡ ਦਿੰਦੇ ਨੇ। ਅਨਬੈਲੈਂਸਡ ਫੋਰਸ ਤਾਂ ਦੇ ਰਹੇ ਨੇ, ਬਟ ਫॉर ਸਮਾਲ ਅਮਾਉਂਟ ਆਫ ਟਾਈਮ, ਠੀਕ ਹੈ। ਤਾਂ ਉਹ ਕਾਰ ਸਟਾਰਟ ਹੋਏਗੀ? ਨਹੀਂ ਜੀ, ਉਹ ਬਿਲਕੁਲ ਸਟਾਰਟ ਨਹੀਂ ਹੋਏਗੀ। ਤੁਹਾਨੂੰ ਕਾਰ ਨੂੰ ਥੋੜਾ ਟਾਈਮ ਦੇ ਤੱਕ ਕੰਟੀਨਿਊਸਲੀ ਪੁਸ਼ ਕਰਨਾ ਪਏਗਾ, ਠੀਕ ਹੈ, ਉਹਦੇ ਨਾਲ ਫਿਰ ਜਿਹੜੀ ਆਪਣੀ ਕਾਰ ਹੈ ਸਟਾਰਟ ਹੁੰਦੀ ਹੈ, ਆਪਾਂ ਦੇਖਦੇ ਹਾਂ। So it means that change of momentum of car is not only determined by magnitude of force। मतलब कि इस चीज़ से डिपेंड नहीं करता किसी भी चीज़ का मोमेंटम चेंज होना कि वो कितनी तुसी फोर्स लगा रहे हो। नो, इस चीज़ से भी डिपेंड करता है कि तुसी ओदे ते जेड़ी फोर्स है वो किन्ने टाइम दे लई लगा रहे हो। ठीक है। मीनस कि जेड़ी फोर्स है वो डिपेंड कर रही है कि तुसी किन्ने टाइम दे लई ओनू लगा रहे हो, प्लस किन्ना ज़्यादा लगा रहे हो, वो तो है ही है। सो इत्थों निकलदा अपना सैकेंड लॉ ऑफ मोशन। सैकेंड लॉ ऑफ मोशन कहता है कि रेट ऑफ चेंज ऑफ मोमेंटम। किसी भी ऑब्जेक्ट का तुसी मोमेंटम चेंज करना है, ठीक है। मान लो रेस्ट तो तुसी ओनू मोशन च लैके आना है, या मोशन तो तुसी ओनू रेस्ट च लैके आना है। वो डायरैक्टली प्रपोर्शनल होएगा कि किन्नी तुसी ओहदे ते अनबैलेंस्ड फोर्स है जेह्ड़ी लगाई है, एंड किन्ने टाइम दे लई तुसी ओह लगाई है। So the second law of motion states that the rate of change of momentum of an object is proportional to the applied unbalanced force in the direction of force। For example, ਹੁਣ ਆਪਾਂ ਦੇਖਦੇ ਹਾਂ। ਨੈਕਸਟ ਇਹਦੀ ਮੈਥਮੈਟੀਕਲ ਫਾਰਮੂਲੇਸ਼ਨ ਆਪਾਂ ਨੂੰ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ, ਆਪਾਂ ਸਿਰਫ ਇਹਦੇ ਵਿੱਚ ਇੰਨਾ ਰੱਖਣਾ ਕਿ ਸੈਕੰਡ ਲਾਅ ਆਫ ਮੋਸ਼ਨ ਜੋ ਹੈ ਉਹ ਆਪਾਂ ਨੂੰ ਕਹਿੰਦਾ ਫੋਰਸ ਇਜ਼ ਇਕੁਅਲਸ ਟੂ ਮਾਸ ਇਨਟੂ ਐਕਸਲਰੇਸ਼ਨ। ਠੀਕ ਹੈ ਜੀ। ਹੁਣ ਐਕਸਲਰੇਸ਼ਨ ਕਿਵੇਂ ਆਈ ਹੈ? ਉਹ ਆਈ ਹੈ, ਹੁਣ ਆਪਾਂ ਉਦੋਂ ਦੀ ਮੋਮੈਂਟਮ ਕਰ ਰਹੇ ਹਾਂ, ਉਹ ਆਈ ਹੈ ਜੀ ਇੱਥੋਂ। ਹੁਣ ਆਪਾਂ ਕਹਿ ਰਹੇ ਹਾਂ ਕਿ ਮੰਨ ਲਓ ਕੋਈ ਆਪਣਾ ਆਬਜੈਕਟ ਹੈ, ਠੀਕ ਹੈ, ਉਹ ਆਲਰੇਡੀ ਮੂਵ ਕਰ ਰਿਹਾ, ਮਾਸ ਉਹਦਾ ਐਮ ਐਂਡ ਉਹ ਮੂਵ ਕਰ ਰਿਹਾ, ਐਂਡ ਉਹਦੀ ਕਿਸੇ ਵੈਲੋਸਿਟੀ ਯੂ ਦੇ ਨਾਲ ਉਹ ਮੂਵ ਕਰ ਰਿਹਾ, ਠੀਕ ਹੈ। ਉਸ ਤੋਂ ਬਾਅਦ ਕੁਝ ਟਾਈਮ ਦੇ ਬਾਅਦ ਉਹਦੀ ਜਿਹੜੀ ਵੈਲੋਸਿਟੀ ਸੀ ਉਹ ਵੀ ਹੋ ਗਈ। ਕਿਉਂ ਵੀ ਹੋਈ? ਬਿਕਾਜ਼ ਆਪਾਂ ਉਹਦੇ ਤੇ ਫੋਰਸ ਐਫ ਲਗਾਤੀ। ਤਾਂ ਹੁਣ ਫੋਰਸ ਲਗਾਉਣ ਤੋਂ ਪਹਿਲਾਂ ਦਾ ਮੋਮੈਂਟਮ ਕੀ ਹੋਏਗਾ? ਐਮ ਇੰਟੂ ਯੂ, ਠੀਕ ਹੈ। ਇਨੀਸ਼ੀਅਲ ਵੈਲੋਸਿਟੀ, ਫੋਰਸ ਲਗਾਉਣ ਤੋਂ ਬਾਅਦ ਕੀ ਹੋਏਗਾ? एंड फोर्स लगाने तो बाद की हो जाएगा? नवी वेलोसिटी आई है m इंटू v, ठीक है। हम चेंज इन मोमेंटम की आ गया, नवे वाले चो पुराना माइनस किया, p2 माइनस p1 मीनस एम वी माइनस एम यू, मीनस एम कॉमन आ गया, मीनस एम इंटू वी माइनस यू। हम रेट ऑफ चेंज ऑफ मोमेंटम की देखते हुए आप सैकेंड लॉ ऑफ मोशन अपन रेट ऑफ चेंज ऑफ मोमेंटम कह रहे हैं। सो रेट कदों भी देखते हुए विद रिस्पेक्ट टू टाइम। अपन नीचे देखिए एग्जाम्पल कार, डेड बैटरी कार वाले एग्जाम्पल। सो this v minus u by t ਕੀ ਹੁੰਦਾ ਹੈ? v is equals to, ਆਪਣੇ ਕੋਲ ਆਇਡੈਂਟਿਟੀ ਹੈ, v is equals to u plus at, ठीक है। इत्थों v माइनस u by t की वैल्यू की आ जाएगी? a आ जाएगी। सो इस सारे की जगह ਆਪਾਂ ਕੀ ਲਗਾਤਾ? a, एंड इस प्रोपोर्शनैलिटी के साइन ਨੂੰ रिमूव करके ਆਪਾਂ ਲਗਾਤਾ कांस्टेंट ऑफ प्रोपोर्शनैलिटी दैट इज k। ठीक है। ਹੁਣ ਆਪਾਂ ਇਸ k ਨੂੰ ਰਿਮੂਵ ਕਰਨ ਦੇ ਲਈ ਆਪਾਂ ਮੰਨ ਲਾਂਗੇ ਕਿ ਜੋ ਆਪਣੀ ਫੋਰਸ ਲੱਗ ਰਹੀ ਹੈ ਉਹ 1 ਲੱਗ ਰਹੀ ਹੈ, ਠੀਕ ਹੈ। ਤਾਂ k ਦੀ ਵੈਲਿਊ ਕੀ ਆ ਜਾਏਗੀ? 1। सो अपना जो वैल्यू निकल के आती है वो है फोर्स इज इक्वल्स टू मास इनटू एक्सेलरेशन। सो मतलब कि जिहड़ी भी आपां किसी भी ऑब्जेक्ट ते फोर्स लगाने आ वो डिपेंड करती है कि उहदा कितना मास है एंड उहदी कितनी एक्सेलरेशन अपने को निकल के आई है, या फिर उहदा रेट ऑफ चेंज ऑफ मोमेंटम की है।
ਸੋ ਇਹਦੀ ਫੋਰਸ ਦੀ ਯੂਨਿਟ ਕੀ ਹੁੰਦੀ ਹੈ, ਐਨ। ਠੀਕ ਹੈ ਜੀ। ਹੁਣ ਸੈਕੰਡ ਲਾਅ ਆਫ ਮੋਸ਼ਨ ਦੀਆਂ ਐਗਜ਼ਾਮਪਲਸ ਆਪਣੇ ਕੋਲ ਕੀ ਨੇ, ਇਹਦਾ ਕੁਐਸਚਨ ਇਹ ਆ ਸਕਦਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਐਗਜ਼ਾਮਪਲ ਫਰਸਟ ਲਾਅ ਨੂੰ ਡਿਪਿਕਟ ਕਰ ਰਹੀ ਹੈ, ਕਿਹੜੀ ਸੈਕੰਡ ਨੂੰ, ਕਿਹੜੀ ਥਰਡ ਨੂੰ। ਹੁਣ ਆਪਾਂ ਸੈਕੰਡ ਲਾਅ 'ਚ ਕੀ ਪੜ੍ਹਿਆ, ਮੋਮੈਂਟਮ ਪੜ੍ਹਿਆ, ਐਂਡ ਮੋਮੈਂਟਮ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ, ਮਾਸ ਇਨਟੂ ਵੈਲੋਸਿਟੀ। ਠੀਕ ਹੈ, ਬਸ ਉਹੀ ਚੀਜ਼ ਹੈ। ਐਗਜ਼ਾਮਪਲ ਹੈ ਕਿ ਮੰਨ ਲਓ ਤੁਸੀਂ ਕ੍ਰਿਕਟ ਬਾਲ ਨੂੰ ਫੀਲਡਰ ਕੈਚ ਕਰ ਰਿਹਾ, ਤਾਂ ਉਹ ਕੈਚ ਕਰਨ ਦੇ ਲਈ ਜਿਹੜੇ ਆਪਣੇ ਹੈਂਡਸ ਹੈ ਉਹਨਾਂ ਨੂੰ ਐਵੇਂ ਪਿੱਛੇ ਪਿੱਛੇ ਕਰ ਲੈਂਦਾ ਹੈ, ਐਂਡ ਤਾਂ ਕਿ ਬਾਲ ਹੈ ਜਿਹੜੀ ਉਹ ਪਿੱਛੇ ਆ ਕੇ ਕੈਚ ਹੋਏ। ਰੀਜ਼ਨ ਬਿਹਾਈਂਡ ਕਿ ਜਿੰਨਾ ਜ਼ਿਆਦਾ ਉਹ ਬਾਲ ਨੂੰ ਟਾਈਮ ਦੇਗਾ ਉਨੀ ਜ਼ਿਆਦਾ ਉਸਦੀ ਜਿਹੜੀ ਵੈਲੋਸਿਟੀ ਹੈ ਉਹ ਡਿਕਰੀਜ਼ ਹੋਏਗੀ। ਜੇ ਉਹ ਹਾਈ ਵੈਲੋਸਿਟੀ ਤੇ ਹੀ ਉਹਨੂੰ ਕੈਚ ਕਰੇਗਾ ਤਾਂ ਉਹਦੀ ਜਿਹੜੀ ਪਾਮਸ ਨੇ ਉਹਨਾਂ ਤੇ ਉਹ ਹਰਟ ਹੋ ਸਕਦਾ, ਬਿਕੋਜ਼ ਉਹ ਕੀ ਲਗਾਉਣਗੀਆਂ, ਦੇਖੋ ਜਿੰਨਾ ਜ਼ਿਆਦਾ ਮਾਸ ਤਾਂ ਉਹਦਾ ਸੇਮ ਹੈ, ਬਟ ਜਿੰਨੀ ਜ਼ਿਆਦਾ ਹੀ ਵੈਲੋਸਿਟੀ ਹੋਏਗੀ ਇਹ ਵਾਲੀ, ਉਨਾ ਜ਼ਿਆਦਾ ਕੀ ਲੱਗੇਗੀ, ਫੋਰਸ। ਫੋਰਸ ਕਿੱਥੇ ਲੱਗੇਗੀ, ਉਹਦੇ ਹੈਂਡਸ ਤੇ। ਠੀਕ ਹੈ, ਇਸ ਕਰਕੇ ਉਹ ਇਸ ਨੂੰ ਇੰਪੈਕਟ ਟਾਈਮ ਹੈ ਜਿਹੜਾ ਉਸਨੂੰ ਇਨਕਰੀਜ਼ ਕਰ ਲੈਂਦਾ ਆਪਣੇ ਹੈਂਡਸ ਨੂੰ ਪਿੱਛੇ ਕਰਕੇ। ਨੈਕਸਟ ਹੈ ਜੀ ਆਪਣੇ ਕੋਲ ਜੋ ਕੰਸੈਪਟ ਹੈ ਉਹ ਹੈ ਥਰਡ ਲਾਅ ਆਫ ਮੋਸ਼ਨ। ਥਰਡ ਲਾਅ ਆਫ ਮੋਸ਼ਨ ਕੀ ਕਹਿੰਦਾ, ਥਰਡ ਲਾਅ ਆਫ ਮੋਸ਼ਨ ਨਾ ਬੜੀ ਇੱਕ ਸਿੰਪਲ ਜਿਹੀ ਚੀਜ਼ ਕਹਿੰਦਾ ਹੈ ਕਿ ਤੁਸੀਂ ਜੇ ਕਿਸੇ ਵੀ ਚੀਜ਼ ਤੇ ਇੱਕ ਫੋਰਸ ਲਗਾ ਰਹੇ ਹੋ, ਠੀਕ ਹੈ, ਮੰਨ ਲਓ A ਆਬਜੈਕਟ B ਤੇ ਫੋਰਸ ਲਗਾ ਰਿਹਾ ਤਾਂ ਸੇਮ ਅਮਾਊਂਟ ਆਫ ਫੋਰਸ ਹੈ ਜਿਹੜੀ ਉਹ B A ਤੇ ਲਗਾਏਗਾ। ਇਹ ਬਸ ਆਪਣਾ ਕਹਿੰਦਾ ਥਰਡ ਲਾਅ ਆਫ ਮੋਸ਼ਨ। ਠੀਕ ਹੈ, it states that when one object exerts a force on another object, the second object instantaneously ਨਾਲ ਦੀ ਨਾਲ ਹੀ exert a force on back of the first object। ਹੁਣ ਤੁਸੀਂ ਕਹੋਗੇ ਕਿ ਫਿਰ ਮੂਵਮੈਂਟ ਕਿਵੇਂ ਹੋਈ। ਮੂਵਮੈਂਟ ਇਸ ਤਰ੍ਹਾਂ ਹੁੰਦੀ ਹੈ ਕਿ ਜਿਹੜੀਆਂ ਫੋਰਸਿਸ ਨੇ ਹਮੇਸ਼ਾ ਇਕੁਅਲ ਇਨ ਮੈਗਨੀਟਿਊਡ ਹੁੰਦੀਆਂ ਨੇ, ਬਟ ਓਪੋਜ਼ਿਟ ਇਨ ਡਾਇਰੈਕਸ਼ਨ ਹੁੰਦੀਆਂ ਨੇ, ਐਂਡ ਕਦੇ ਵੀ ਸੇਮ ਆਬਜੈਕਟ ਤੇ ਨਹੀਂ ਲੱਗਦੀਆਂ। these force act on different objects, means ਕਿ A ਦੀ ਫੋਰਸ B ਤੇ ਲੱਗ ਰਹੀ ਹੈ, B ਦੀ ਫੋਰਸ A ਤੇ ਲੱਗ ਰਹੀ ਹੈ। ਠੀਕ ਹੈ, ਹੁਣ ਇਹ ਜੋ ਫੋਰਸ ਹੈ ਇੱਕ ਦੀ ਫੋਰਸ ਦੂਜੇ ਤੇ ਲੱਗ ਰਹੀ ਹੈ, ਮੰਨ ਲਓ A B ਤੇ ਫੋਰਸ ਲਗਾ ਰਿਹਾ, ਉਹ ਹੋ ਗਿਆ ਐਕਸ਼ਨ। ਹੁਣ A ਨੇ ਜੋ ਫੋਰਸ ਲਗਾਈ ਹੈ ਨਾ ਐਕਸ਼ਨ ਤੇ, ਉਸਦਾ ਰਿਐਕਸ਼ਨ ਵੀ ਦੇਗਾ B, ਉਹ ਹੋ ਜਾਂਦੀ ਹੈ ਰਿਐਕਸ਼ਨ ਫੋਰਸ। ਠੀਕ ਹੈ ਜੀ, ਇਸ ਵਿੱਚ ਦੋ ਫੋਰਸਿਸ ਹੁੰਦੀਆਂ ਨੇ, ਓਪੋਜ਼ਿਟ ਫੋਰਸਿਸ, ਐਕਸ਼ਨ ਐਂਡ ਰਿਐਕਸ਼ਨ ਫੋਰਸਿਸ। ਹੁਣ ਇਹ ਫੋਰਸਿਸ ਤੇ ਜਿਹੜੀਆਂ ਇਹਨਾਂ ਦੇ ਨਾਲ ਕੋਈ ਮੂਵਮੈਂਟ ਜਾਂ ਕੋਈ ਐਕਸਲਰੇਸ਼ਨ ਪ੍ਰੋਡਿਊਸ ਨਹੀਂ ਹੁੰਦੀ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਕਿਵੇਂ ਇਹਦੀ ਐਗਜ਼ਾਮਪਲਸ ਆਪਣੇ ਕੋਲ ਕੀ ਨੇ। ਐਗਜ਼ਾਮਪਲਸ ਨੇ, ਸਪੋਜ਼ ਯੂ ਆਰ ਸਟੈਂਡਿੰਗ ਐਟ ਅ ਰੈਸਟ, ਤੁਸੀਂ ਰੈਸਟ ਤੇ ਖੜੇ ਹੋ, ਠੀਕ ਹੈ, ਐਂਡ ਸੋਚ ਰਹੇ ਹੋ ਕਿ ਮੈਂ ਹੁਣ ਵਾਕ ਕਰਾਂ ਔਨ ਰੋਡ, ਤਾਂ ਤੁਹਾਨੂੰ ਥੋੜਾ ਜਿਹਾ ਐਕਸਲਰੇਟ ਕਰਨਾ ਪਏਗਾ, ਤੁਹਾਨੂੰ ਮੋਸ਼ਨ 'ਚ ਆਉਣਾ ਪਏਗਾ। ਠੀਕ ਹੈ, ਹੁਣ ਤੁਸੀਂ ਕਰ ਕੀ ਰਹੇ ਹੋ, ਤੁਸੀਂ ਆਪਣੀ ਮਸਕੂਲਰ ਫੋਰਸ ਲਗਾ ਰਹੇ ਹੋ ਰੋਡ ਤੇ, ਠੀਕ ਹੈ, ਤੇ ਅੱਗੇ ਨੂੰ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਹੁਣ ਕਰ ਕੀ ਰਹੇ ਹੋ, ਤੁਸੀਂ ਪੁਸ਼ ਕਰ ਰਹੇ ਹੋ ਰੋਡ ਨੂੰ। ਠੀਕ ਹੈ, ਕਿਵੇਂ ਪੁਸ਼ ਕਰ ਰਹੇ ਹੋ, ਜਦੋਂ ਅੱਗੇ ਨੂੰ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਰੋਡ ਨੂੰ ਪਿੱਛੇ ਪੁਸ਼ ਕਰ ਰਹੇ ਹੋ, ਐਂਡ ਜੋ ਰੋਡ ਹੈ ਉਹ ਤੁਹਾਡੇ ਤੇ ਇਕੁਅਲ ਫੋਰਸ ਲਗਾ ਰਿਹਾ ਐਂਡ ਓਪੋਜ਼ਿਟ ਲਗਾ ਰਿਹਾ। ਤੁਸੀਂ ਰੋਡ ਨੂੰ ਪਿੱਛੇ ਪੁਸ਼ ਕਰ ਰਹੇ ਹੋ, ਠੀਕ ਹੈ, ਤੇ ਰੋਡ ਤੁਹਾਨੂੰ ਅੱਗੇ ਪੁਸ਼ ਕਰ ਰਿਹਾ। ਦਿਸ ਇਜ਼ ਹਾਊ ਯੂ ਵਾਕ। Now these forces may not produce acceleration of equal magnitudes. This is because each force acts on a different object that may have different mass. Yes, ਹੁਣ ਰੋਡ ਦਾ ਮਾਸ ਤੇ ਤੁਹਾਡਾ ਮਾਸ ਤਾਂ ਸੇਮ ਨਹੀਂ ਨਾ ਹੋ ਸਕਦਾ, ਇਸ ਕਰਕੇ ਉਹਨਾਂ ਦਾ ਜਿਹੜਾ ਮੈਗਨੀਟਿਊਡ ਹੈ ਜਾਂ ਜੋ ਐਕਸਲਰੇਸ਼ਨ ਉਹ ਪ੍ਰੋਡਿਊਸ ਕਰਦੀਆਂ ਨੇ ਉਹ ਡਿਫਰੈਂਟ ਹੁੰਦੀਆਂ ਨੇ। ਇਹ 'ਚੋਂ ਬੇਸਿਕਲੀ ਐਗਜ਼ਾਮਪਲਸ ਦੇ ਆਉਣ ਦੇ ਜ਼ਿਆਦਾ ਚਾਂਸਿਸ ਨੇ, ਡੀਪ ਕਨਸੈਪਟਸ ਆਪਾਂ ਨੂੰ ਨਾਟ ਚਲਾਉਣ ਵਿੱਚ ਨਹੀਂ ਆਊਗਾ। ਐਗਜ਼ਾਮਪਲ ਹੈ, ਜਦ ਵੀ ਆਪਾਂ ਇੱਕ ਗਨ ਨੂੰ ਫਾਇਰ ਕਰਦੇ ਹਾਂ, ਵੈਨ ਅ ਗਨ ਇਜ਼ ਫਾਇਰਡ ਇਟ ਐਕਸਰਟਸ ਏ ਫਾਰਵਰਡ ਫੋਰਸ ਔਨ ਦਾ ਬੁਲੇਟ। ਬੁਲੇਟ ਦੇ ਲਈ ਗਨ ਹੈ ਜਿਹੜੀ ਉਹ ਇੱਕ ਫਾਰਵਰਡ ਫੋਰਸ ਲਗਾਉਂਦੀ ਹੈ ਕਿ ਬੁਲੇਟ ਅੱਗੇ ਨੂੰ ਜਾਏ। ਹੁਣ ਜਦੋਂ ਬੁਲੇਟ ਸਪੀਡ ਨਾਲ ਅੱਗੇ ਨੂੰ ਜਾਊਗੀ ਤਾਂ ਉਹ ਇਕੁਅਲ ਐਂਡ ਓਪੋਜ਼ਿਟ ਫੋਰਸ ਹੈ ਜਿਹੜੀ ਉਹ ਗਨ ਤੇ ਲਗਾਊਗੀ, ਐਂਡ ਉਸ ਕਰਕੇ ਜਿਹੜੀ ਗਨ ਹੈ ਉਹਦਾ ਰੀਕੁਅਲ ਹੋਏਗਾ, ਮੀਨਸ ਗਨ ਹੈ ਜਿਹੜੀ ਉਹ ਥੋੜਾ ਜਿਹਾ ਆਪਾਂ ਨੂੰ ਝਟਕਾ ਮਾਰੇਗੀ। ਠੀਕ ਹੈ ਜੀ, ਨੈਕਸਟ ਆਪਣੇ ਕੋਲ ਐਗਜ਼ਾਮਪਲ ਐਵੇਂ ਹੀ ਆਉਂਦੀ ਹੈ ਸੇਲਰ ਦੀ। ਮੰਨ ਲਓ ਕਿ ਬੋਟ ਸੀ ਪਾਣੀ 'ਚ, ਜਿਹੜਾ ਸੇਲਰ ਹੈ ਉਹ ਅੱਗੇ ਨੂੰ ਜਾਣ ਦੀ ਟਰਾਈ ਕਰ ਰਿਹਾ। ਠੀਕ ਹੈ, ਜਦੋਂ ਅੱਗੇ ਨੂੰ ਜਾਣ ਦੀ ਟਰਾਈ ਕਰ ਰਿਹਾ, ਪੈਰ ਉਹਦਾ ਇੱਥੇ ਆ, ਇੱਥੋਂ ਜੰਪ ਕਰ ਰਿਹਾ, ਤਾਂ ਜਿਹੜਾ ਉਹਦਾ ਬੋਟ ਤੇ ਫੋਰਸ ਲਗਾਈ ਉਹਨੇ, ਤਾਂ ਜਿਹੜੀ ਬੋਟ ਹੈ ਉਹ ਪਿੱਛੇ ਨੂੰ ਜਾਏਗੀ, ਇਕੁਅਲ ਐਂਡ ਓਪੋਜ਼ਿਟ ਫੋਰਸ। ਨੈਕਸਟ ਆਪਣੇ ਕੋਲ ਇੱਕ ਟਰਮ ਆਉਂਦੀ ਹੈ, ਉਹ ਹੈ ਕੰਜ਼ਰਵੇਸ਼ਨ ਆਫ ਮੋਮੈਂਟਮ। ਕੰਜ਼ਰਵੇਸ਼ਨ ਆਫ ਮੋਮੈਂਟਮ ਦਾ ਤੁਹਾਨੂੰ ਸਿਰਫ ਇੱਥੇ ਯੂਜ਼ ਹੋਏਗਾ ਕਿ ਤੁਹਾਨੂੰ ਨੂਮੈਰੀਕਲਸ ਫਾਊਂਡ ਕਰਨ ਦੇ ਵਿੱਚ ਥੋੜ੍ਹੀ ਜਿਹੀ ਹੈਲਪ ਰਹੇਗੀ ਇਸ ਟੋਪਿਕ ਦੇ ਨਾਲ, ਤੇ ਇਹਦਾ ਛੋਟਾ ਜਿਹਾ ਕੰਸੈਪਟ ਹੈ, ਜ਼ਿਆਦਾ ਡੀਪ ਡਾਊਨ ਨਹੀਂ ਜਾਵਾਂਗੇ ਆਪਾਂ। ਮੰਨ ਲਓ ਕਿ ਤੁਹਾਡੇ ਦੋ ਆਬਜੈਕਟਸ ਨੇ, ਠੀਕ ਹੈ, ਜਿਨ੍ਹਾਂ ਦਾ ਮਾਸ ਹੈ A, MA ਐਂਡ MB।
ए बॉल का एम ए हो गया, बी बॉल का एम बी हो गया। ठीक है, एंड वो अपनी अपनी वेलोसिटीज़ ਦੇ ਨਾਲ ਚੱਲ ਰਹੀਆਂ ਸੀ। ਜਿਵੇਂ ਐਮ ਏ ਵਾਲੀ ਦਾ ਆ ਗਿਆ ਇਨੀਸ਼ੀਅਲ ਵੈਲੋਸਿਟੀ ਯੂ ਏ ਐਂਡ ਬੀ ਵਾਲੀ ਦੀ ਆ ਗਈ ਇਨੀਸ਼ੀਅਲ ਵੈਲੋਸਿਟੀ ਯੂ ਬੀ। ਮੰਨ ਲਓ ਕਿ ਕੁਝ ਟਾਈਮ ਬਾਅਦ ਏ ਦੀ ਜਿਹੜੀ ਸਪੀਡ ਹੈ ਉਹ ਜ਼ਿਆਦਾ ਏ ਬੀ ਨਾਲੋਂ, ਤਾਂ ਉਹ ਜਾ ਕੇ ਉਹਦੇ 'ਚ ਕੋਲਾਈਡ ਕਰੇਗੀ, ਆਪਸ 'ਚ ਕੋਲਾਈਡ ਕਰ ਰਹੀਆਂ ਨੇ ਇੱਥੇ। ਠੀਕ ਹੈ, ਆਪਸ 'ਚ ਕੋਲਾਈਡ ਜਦੋਂ ਕੀਤਾ ਤਾਂ ਕੀ ਹੋਇਆ, बी ने ए ते फोर्स लगाई, ए ने बी ते फोर्स लगाई, फोर्सिस लगियां तो हुण वेलोसिटीज़ भी चेंज हुई ने। ठीक है, मान लो ए वाली दी वेलोसिटी होगी वी ए एंड बी वाली दी वेलोसिटी होगी वी बी। ठीक है, हुण आपां देखांगे इहदे विच ओ ए है कि हुण देखो उन्होंने फोर्सिस की लगाइयां एक दूजे नूं इक्वल बट ओपोजिट। ए ने बी ते फोर्स लगाई तो बी ने उल्टा ए ते फोर्स लगाती, इस करके ओपोजिट है, इस करके आपां साइन लिया नेगेटिव। ठीक है जी, हुण अपने कोल की आंदा है कि जिन्नी फोर्स तुसीं पहलां लगाई उन्नी ही दूजे ने तुहाडे ते लगाई। सो ये आपां नूं दिंदा है कंजर्वेशन ऑफ मोमेंटम, मीनस के टोटल मोमेंटम बिफोर कोलिशन इज ऑलवेज इक्वल्स टू टोटल मोमेंटम आफ्टर कोलिशन। मीनस के एम ए प्लस यू ए इनिशियल आ गया प्लस एम बी प्लस यू बी इज ऑलवेज इक्वल्स टू उन्हां दा जो मोमेंटम होएगा कोलिशन तो बाद इन द फॉर्म ऑफ फाइनल वेलोसिटीज, बशर्ते उन्होंने कोई भी एक्सटर्नल फोर्स है जो लगनी नहीं चाहिए। इसको ना एग्जांपल नाल समझने की कोशिश करते हैं, थोड़ा ज़्यादा इजीली क्लियर हो जाएगा। फॉर एग्जांपल एक बुलेट है मास ऑफ 20 kg is horizontally fired with the velocity of this। ठीक है, फ्रॉम पिस्टल ऑफ मास 2 kg व्हाट इज द रिकॉइल वेलोसिटी। ਹੁਣ ਦੇਖੋ ਪਹਿਲਾਂ ਤਾਂ ਤੁਹਾਨੂੰ ਇਹ ਟਰਮਸ ਕਲੀਅਰ ਕਰਨੀਆਂ ਪੈਣਗੀਆਂ, ਗ੍ਰਾਮ ਵਾਲੇ ਨੂੰ ਤੁਸੀਂ ਕੇਜੀ 'ਚ ਚੇਂਜ ਕਰ ਲਓ। ਠੀਕ ਹੈ, ਜਦੋਂ ਕੀਤੀਆਂ ਤਾਂ ਆਪਾਂ ਦੇਖਿਆ ਕਿ ਹੁਣ ਸ਼ਾਟ ਕਰਨ ਤੋਂ ਫਾਇਰ ਕਰਨ ਤੋਂ ਪਹਿਲਾਂ ਦਾ ਮੋਮੈਂਟਮ ਕੀ ਹੋ ਜਾਏਗਾ, ਮੋਮੈਂਟਮ ਆਫ ਬੁਲੇਟ, ਮੋਮੈਂਟਮ ਆਫ ਬੁਲੇਟ। ਠੀਕ ਹੈ, प्लस मोमेंटम ऑफ गन ये इक्वल टू ये हो जाएगा। हूँ जो आप मोमेंटम देखिए ये आ गया 2 × 2। इनिशियली दोवें रेस्ट ते सीगियां फायर करन तो पहला। ठीक है, सो मीनस उन्हां दी वेलोसिटीज़ की होणगियां, जीरो होणगियां। ये हो गया मास ऑफ गन प्लस मास ऑफ बुलेट इज इक्वल इनटू जीरो, बिकॉज दोवां दी वेलोसिटी जीरो सीगी, सो इनिशियल मोमेंटम कितना हो गया जीरो। हुण फायर करन तो बाद देख रहे हैं टोटल मोमेंटम ऑफ पिस्टल एंड बुलेट आफ्टर इट इज फायर्ड। देखो ये होगी बुलेट, बुलेट कितनी स्पीड में जा रही सी फायर तो बाद, इधर का हो गया मास एंड दिस इज इट्स वेलोसिटी, प्लस ये हो गया मास ऑफ गन एंड ये होगी उसकी रिकॉइल वाली वेलोसिटी वी। दोवां नूं ये इक्वेशन आ गई एड ऑन करके। हुण आपां नूं पता है कि बिफोर कोलिशन एंड आफ्टर कोलिशन अपना मोमेंटम है जो सेम रहता है। ठीक है, अकॉर्डिंग टू लॉ ऑफ कंजर्वेशन ऑफ मोमेंटम, सो टोटल मोमेंटम आफ्टर फायर इज इक्वल टू टोटल मोमेंटम बिफोर फायर। दोवां नूं एक दूजे दे इक्वेट करता, बिफोर सीगा 0 एंड आफ्टर सीगा 3 + 2v, सो इत्थों वेलोसिटी आ गई -1.5 मीटर पर सेकेंड। एंड व्हाट डज दिस माइनस इंडिकेट्स कि जो फोर्स है वो नेगेटिव डायरेक्शन दे विच लग रही है। ठीक है जी, सो दिस वाज ऑल अबाउट दिस चैप्टर। ਤੇ ਟਰਾਈ ਕਰਾਂਗੇ ਕਿ ਆਪਾਂ ਹੁਣ ਨੈਕਸਟ ਇਸ ਚੈਪਟਰ ਦੇ ਐਮਸੀਕਿਊਜ਼ ਨੂੰ ਜਲਦ ਤੋਂ ਜਲਦ ਸੋਲਵ ਕਰਨ ਦੀ ਕੋਸ਼ਿਸ਼ ਕਰੀਏ, ਉਸ ਤੇ ਇੱਕ ਵੀਡੀਓ ਲੈ ਕੇ ਆਈਏ। ਐਂਡ ਤੁਸੀਂ ਬਾਇਓ ਦੇ ਚੈਪਟਰਸ ਜਿਵੇਂ ਕਿ ਨਿਊਟ੍ਰੀਸ਼ਨ ਹੋ ਗਿਆ, ਲਾਈਫ ਪ੍ਰੋਸੈਸਿਸ ਹੋ ਗਿਆ, ਕਾਰਬਨ ਕੰਪਾਊਂਡਸ ਹੋ ਗਿਆ, ਕੈਮੀਕਲ ਰਿਐਕਸ਼ਨਸ, ਉਹ ਸਾਰਿਆਂ ਦੀਆਂ ਵੀਡੀਓਜ਼ ਨੇ ਜਿਹੜੀਆਂ ਉਹ ਚੈਨਲ ਤੇ ਆਲਰੇਡੀ ਅਵੇਲੇਬਲ ਨੇ, ਤੁਸੀਂ ਉੱਥੇ ਦੇਖ ਸਕਦੇ ਹੋ। ਥੈਂਕ ਯੂ ਸੋ ਮਚ।